Dear students, पिछली वीडियो ਵਿੱਚ ਅਸੀਂ ਐਪਲੀਕੇਸ਼ਨ ਆਫ ਡੈਰੀਵੇਟਿਵਸ ਇਸ ਦੀ ਕਨਸੈਪਟ ਰੇਟ ਆਫ ਚੇਂਜ ਉਸ ਨਾਲ ਰਿਲੇਟਡ ਅਸੀਂ ਐਕਸਰਸਾਈਜ਼ 6.1 ਕੀਤੀ ਸੀ। ਹੁਣ ਅਸੀਂ ਇਸ ਦੀ ਅਗਲੀ ਕਨਸੈਪਟ ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਫੰਕਸ਼ਨਸ ਦੀ ਗੱਲ ਕਰਨ ਲੱਗੇ ਹਾਂ। ਇਨਕਰੀਜ਼ਿੰਗ ਐਂਡ ਡਿਕਰੀਜ਼ਿੰਗ ਫੰਕਸ਼ਨਸ ਦੇ ਵਿੱਚ ਅਸੀਂ ਡਿਫਰੈਂਸ਼ੀਏਸ਼ਨ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਉਹ ਅਸੀਂ ਉਹਦੇ ਨਾਲ ਰਿਲੇਟਡ ਕੁਐਸਚਨਸ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਇਹ ਸਮਝਦੇ ਹਾਂ ਕਿ ਇਸ ਦਾ ਕੀ ਮਤਲਬ ਹੈ। ਇਨਕਰੀਜ਼ਿੰਗ ਫੰਕਸ਼ਨਸ ਕਿਹੜੇ ਹੁੰਦੇ ਹਨ ਅਤੇ ਡਿਕਰੀਜ਼ਿੰਗ ਕਿਹੜੇ। ਦੇਖੋ ਸਾਡੇ ਕੋਲ ਇੱਕ ਫੰਕਸ਼ਨ ਹੈ f(x) = x²। ਇਹ ਸਾਡੇ ਕੋਲ ਪੈਰਾਬੋਲਿਕ ਫੰਕਸ਼ਨ ਹੈ, ਅਸੀਂ +1 ਦੇ ਵਿੱਚ ਪੜ੍ਹ ਚੁੱਕੇ ਹਾਂ। ਇਸ ਦੇ ਵਿੱਚ ਅਸੀਂ ਕੀ ਦੇਖਦੇ ਹਾਂ, ਜਿਵੇਂ ਜਿਵੇਂ x ਦੀ ਵੈਲਿਊ 0 ਤੱਕ ਵੱਧਦੀ ਜਾਂਦੀ ਹੈ, y ਇਹਦੀ ਹਾਈਟ ਜੋ ਹੈ ਉਹ ਘਟਦੀ ਜਾ ਰਹੀ ਹੈ। ਹਾਈਟ ਘਟਣ ਦਾ ਮਤਲਬ ਹੈ ਕਿ y ਦੀ ਵੈਲਿਊ ਜੋ ਹੈ ਫੰਕਸ਼ਨ ਦੇ ਵਿੱਚ ਉਹ ਘਟਦੀ ਜਾ ਰਹੀ ਹੈ। ਪਰ ਜਦੋਂ ਅਸੀਂ 0 ਤੋਂ ਪੋਜ਼ੀਟਿਵ ਵਾਲੀ ਸਾਈਡ 'ਤੇ ਚੱਲਦੇ ਹਾਂ, 0 ਤੋਂ ਵੱਡੀਆਂ ਵੈਲਿਊਜ਼ ਲੈਂਦੇ ਹਾਂ, ਤਾਂ y x ਦੇ ਵਧਣ ਦੇ ਨਾਲ ਨਾਲ y ਵੀ ਵੱਧਦੀ ਜਾਂਦੀ ਹੈ। ਤਾਂ ਇਸ ਦੇ ਵਿੱਚ 0 ਤੱਕ ਇਹ ਫੰਕਸ਼ਨ ਜੋ ਹੈ ਉਹ ਡਿਕਰੀਜ਼ ਕਰ ਰਿਹਾ ਹੈ ਅਤੇ 0 ਤੋਂ ਅੱਗੇ ਇਨਕਰੀਜ਼ ਕਰ ਰਿਹਾ ਹੈ। ਤਾਂ ਇਸ ਦੇ ਵਿੱਚ ਸਾਨੂੰ ਇਸ ਦੀ ਸ਼ੇਪ ਤੋਂ ਪਤਾ ਲੱਗਦਾ ਹੈ, ਜੋ ਇਸ ਤਰੀਕੇ ਨਾਲ ਆ ਰਹੀ ਹੈ ਉਹ ਡਿਕਰੀਜ਼ਿੰਗ ਹੈ ਅਤੇ ਜੋ ਡਾਊਨਵਰਡਸ ਆਉਂਦੀ ਹੈ ਉਹ ਡਿਕਰੀਜ਼ਿੰਗ ਹੁੰਦਾ ਹੈ ਅਤੇ ਜੋ ਅਪਵਰਡ ਜਾਂਦਾ ਹੈ ਉਹ ਇਨਕਰੀਜ਼ਿੰਗ। ਹੁਣ ਅਸੀਂ ਗ੍ਰਾਫਿਕਲੀ ਦੇਖਦੇ ਹਾਂ ਕਿ ਸਾਡੇ ਕੋਲ ਜੋ ਸਾਨੂੰ ਲੋੜ ਹੈ, ਕਿਹੜੇ ਫੰਕਸ਼ਨਸ ਸਾਡੇ ਇਨਕਰੀਜ਼ਿੰਗ ਹੁੰਦੇ ਹਨ, ਕਿਹੜੇ ਸਟ੍ਰਿਕਟਲੀ ਇਨਕਰੀਜ਼ਿੰਗ ਅਤੇ ਕਿਹੜੇ ਡਿਕਰੀਜ਼ਿੰਗ ਅਤੇ ਸਟ੍ਰਿਕਟਲੀ ਡਿਕਰੀਜ਼ਿੰਗ ਹੁੰਦੇ ਹਨ। ਸਭ ਤੋਂ ਪਹਿਲਾਂ ਦੇਖੋ ਬੇਟਾ, ਜੇਕਰ ਦੋ ਪੁਆਇੰਟਸ ਅਸੀਂ ਡੋਮੇਨ ਦੇ ਵਿੱਚੋਂ ਲੈਂਦੇ ਹਾਂ x1 x2, ਜੇਕਰ x1 x2 ਤੋਂ ਛੋਟਾ ਹੈ ਅਤੇ y ਦੀ ਵੈਲਿਊ ਜੇਕਰ x1 x2 ਤੋਂ ਛੋਟਾ ਹੈ ਅਤੇ ਛੋਟੀ ਵੈਲਿਊ ਪੁੱਟ ਕਰਕੇ ਸਾਡੇ ਕੋਲ y ਦਾ ਆਨਸਰ ਛੋਟਾ ਆਵੇ, ਵੱਡੀ ਪੁੱਟ ਕਰਕੇ ਸਾਡੇ ਕੋਲ ਵੱਡਾ ਆਨਸਰ ਆਵੇ ਜਾਂ ਬਰਾਬਰ ਆ ਸਕਦਾ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਇਹ ਫੰਕਸ਼ਨ ਇਨਕਰੀਜ਼ਿੰਗ ਫੰਕਸ਼ਨ ਹੈ। ਸਟ੍ਰਿਕਟਲੀ ਇਨਕਰੀਜ਼ਿੰਗ ਦੇ ਵਿੱਚ ਕੀ ਹੁੰਦਾ ਹੈ? ਸਟ੍ਰਿਕਟਲੀ ਇਨਕਰੀਜ਼ਿੰਗ ਦੇ ਵਿੱਚ ਛੋਟੀ ਦੇ ਉੱਪਰ ਛੋਟਾ ਅਤੇ ਵੱਡੇ ਦੇ ਉੱਪਰ ਵੱਡੀ ਵੈਲਿਊ ਹੀ ਆਉਂਦੀ ਹੈ, ਉਸ ਦੇ ਵਿੱਚ ਸੇਮ ਵੈਲਿਊ ਵੀ ਨਹੀਂ ਆਉਂਦੀ। ਜੇ x1 x2 ਤੋਂ ਛੋਟਾ ਹੈ, f(x1) f(x2) ਤੋਂ ਛੋਟਾ ਹੋਏਗਾ, ਬਰਾਬਰ ਨਹੀਂ। ਦੇਖੋ ਫਿਰ ਦੇਖੋ ਇਹਨਾਂ ਦੋਨਾਂ ਦੇ ਵਿੱਚ ਇਨਕਰੀਜ਼ਿੰਗ ਅਤੇ ਸਟ੍ਰਿਕਟਲੀ ਇਨਕਰੀਜ਼ਿੰਗ 'ਚ ਕੀ ਫ਼ਰਕ ਹੈ। ਛੋਟੇ ਉੱਪਰ ਛੋਟੀ ਵੈਲਿਊ, ਵੱਡੇ ਉੱਪਰ ਵੱਡੀ ਵੈਲਿਊ, ਇਹ ਤਾਂ ਠੀਕ ਹੈ, ਪਰ ਇਨਕਰੀਜ਼ਿੰਗ ਦੇ ਵਿੱਚ ਸੇਮ ਵੈਲਿਊ ਵੀ ਹੋ ਸਕਦੀ ਹੈ, ਜਿਵੇਂ ਕਿ ਗ੍ਰਾਫ ਤੋਂ ਪਤਾ ਲੱਗਦਾ ਹੈ। ਪਰ ਜੋ ਸਟ੍ਰਿਕਟਲੀ ਇਨਕਰੀਜ਼ਿੰਗ ਹੁੰਦਾ ਹੈ ਇਹਦੇ ਵਿੱਚ ਕਦੇ ਵੀ ਸੇਮ ਵੈਲਿਊ ਨਹੀਂ ਆਉਂਦੀ। ਜੇ x1 ਦੀ ਵੈਲਿਊ x2 ਤੋਂ ਛੋਟੀ ਹੈ ਤਾਂ f(x1) ਦੀ ਵੈਲਿਊ f(x2) ਤੋਂ ਛੋਟੀ ਹੀ ਹੋਣੀ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਅਗਲਾ ਪਾਰਟ ਹੈ ਡਿਕਰੀਜ਼ਿੰਗ। ਡਿਕਰੀਜ਼ਿੰਗ ਫੰਕਸ਼ਨ ਦੇ ਵਿੱਚ ਕੀ ਹੈ, ਜਦੋਂ x1 ਦੀ ਵੈਲਿਊ x2 ਤੋਂ ਛੋਟੀ ਹੈ, ਜੇਕਰ x1 ਦੀ ਵੈਲਿਊ x2 ਤੋਂ ਛੋਟੀ ਹੈ ਤਾਂ f(x1) ਉਲਟ ਹੋਏਗਾ, ਉਹ ਵੱਡੀ ਆਏਗੀ ਜਾਂ ਬਰਾਬਰ ਆਏਗੀ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਅਗਲਾ ਹੈ ਸਟ੍ਰਿਕਟਲੀ। ਸਟ੍ਰਿਕਟਲੀ ਦੇ ਵਿੱਚ ਕੀ ਹੈ, ਜੇਕਰ x1 x2 ਤੋਂ ਛੋਟਾ ਹੈ ਅਤੇ f(x1) f(x2) ਤੋਂ ਵੱਡਾ ਹੀ ਹੋਏਗਾ, ਬਰਾਬਰ ਨਹੀਂ ਆ ਸਕਦਾ। ਉਸ ਤੋਂ ਅੱਗੇ ਹੈ ਨਾਈਦਰ ਇਨਕਰੀਜ਼ਿੰਗ ਨੋਰ ਡਿਕਰੀਜ਼ਿੰਗ ਫੰਕਸ਼ਨਸ ਕਿਹੜੇ ਹੁੰਦੇ ਹਨ। ਇਸਦੀ ਜਿਵੇਂ ਕਿ ਸਾਨੂੰ ਸ਼ੇਪ ਤੋਂ ਪਤਾ ਲੱਗਦਾ ਹੈ, ਇੰਨੇ ਤੱਕ ਇਹ ਇਨਕਰੀਜ਼ ਕਰ ਰਿਹਾ ਹੈ, ਉਸ ਤੋਂ ਬਾਅਦ ਇਹ ਫੰਕਸ਼ਨ ਡਿਕਰੀਜ਼ ਕਰਦਾ ਹੈ, ਉਸ ਤੋਂ ਬਾਅਦ ਫਿਰ ਇਨਕਰੀਜ਼ ਕਰਦਾ ਹੈ। ਤਾਂ ਅਸੀਂ ਇਸ ਫੰਕਸ਼ਨ ਨੂੰ ਪੂਰੇ ਇੰਟਰਵਲ ਦੇ ਵਿੱਚ ਇੱਥੋਂ ਤੋਂ ਇੱਥੋਂ ਤੱਕ ਅਸੀਂ ਦੱਸ ਨਹੀਂ ਸਕਦੇ ਕਿ ਇਹ ਇਕੱਲਾ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ, ਕਿਉਂਕਿ ਕੁਛ ਪਾਰਟ ਦੇ ਵਿੱਚ ਇਨਕਰੀਜ਼ ਕਰ ਰਿਹਾ, ਕੁਛ ਵਿੱਚ ਡਿਕਰੀਜ਼। ਤਾਂ ਅਸੀਂ ਕੀ ਕਹਿੰਦੇ ਹਾਂ ਕਿ ਇਹ ਫੰਕਸ਼ਨ ਨਾਈਦਰ ਇਨਕਰੀਜ਼ਿੰਗ ਨੋਰ ਡਿਕਰੀਜ਼ਿੰਗ ਹੈ। ਹੁਣ ਅਸੀਂ ਗ੍ਰਾਫਿਕਲੀ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਕਿ ਡੈਰੀਵੇਟਿਵਸ ਨੂੰ ਯੂਜ਼ ਕਰਕੇ ਅਸੀਂ ਕਿਸ ਤਰੀਕੇ ਨਾਲ ਦੱਸ ਸਕਦੇ ਹਾਂ ਕਿ ਕੋਈ ਫੰਕਸ਼ਨ ਇਨਕਰੀਜ਼ਿੰਗ ਹੈ ਜਾਂ ਡਿਕਰੀਜ਼ਿੰਗ। ਬੇਟਾ ਦੇਖੋ ਸਾਡੇ ਕੋਲ ਦੋ ਤਰ੍ਹਾਂ ਦੇ ਕੁਐਸਚਨ ਆਉਣਗੇ, ਇੱਕ ਇਨਕਰੀਜ਼ਿੰਗ ਡਿਕਰੀਜ਼ਿੰਗ ਦੇ, ਇੱਕ ਸਟ੍ਰਿਕਟਲੀ ਇਨਕਰੀਜ਼ਿੰਗ ਅਤੇ ਸਟ੍ਰਿਕਟਲੀ ਡਿਕਰੀਜ਼ਿੰਗ ਦੇ। ਤਾਂ ਅਸੀਂ ਕੀ ਦੇਖਣਾ ਹੈ, ਇਨਕਰੀਜ਼ਿੰਗ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਜੋ ਥਿਓਰਮ ਹੈ ਉਸ ਦੇ ਅਕੋਰਡਿੰਗ ਕੀ ਹੈ ਕਿ ਫੰਕਸ਼ਨ ਜੋ ਹੈ ਉਹ ਕੰਟੀਨਿਊਸ ਹੋਣਾ ਚਾਹੀਦਾ ਹੈ। ਕੰਟੀਨਿਊਸ ਦਾ ਮਤਲਬ ਵਿਦਾਊਟ ਐਨੀ ਬ੍ਰੇਕ, ਪੂਰੇ ਕਲੋਜ਼ ਇੰਟਰਵਲ ਦੇ ਵਿੱਚ ਉਹ ਫੰਕਸ਼ਨ ਕੰਟੀਨਿਊਸ ਹੈ ਅਤੇ ਓਪਨ ਇੰਟਰਵਲ ਦੇ ਵਿੱਚ ਉਹ ਡਿਫਰੈਂਸ਼ੀਏਬਲ ਹੈ। ਤਾਂ ਉਸ ਤੋਂ ਬਾਅਦ ਅਸੀਂ ਕੀ ਦੇਖਣਾ ਹੈ, ਜੇਕਰ ਸਾਡੇ ਕੋਲ ਡੈਰੀਵੇਟਿਵ f ਇਜ਼ ਇਨਕਰੀਜ਼ਿੰਗ, ਫਸਟ ਪਾਰਟ ਦੀ ਗੱਲ ਕਰਦੀ ਹਾਂ ਮੈਂ, f ਇਜ਼ ਇਨਕਰੀਜ਼ਿੰਗ ਇਨ ਕਲੋਜ਼ਡ ਇੰਟਰਵਲ ਇਫ f'(x) ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ 0। ਬੇਟਾ ਚਾਹੇ ਡੈਰੀਵੇਟਿਵ 0 ਆ ਜਾਏ, ਚਾਹੇ ਡੈਰੀਵੇਟਿਵ 0 ਤੋਂ ਵੱਡਾ ਆ ਜਾਏ, ਤਾਂ ਅਸੀਂ ਕੀ ਕਹਿੰਦੇ ਹਾਂ ਕਿ ਫੰਕਸ਼ਨ ਜੋ ਹੈ ਉਹ ਸਟ੍ਰਿਕਟਲੀ ਉਹ ਇਨਕਰੀਜ਼ਿੰਗ ਹੈ।
ਡਿਕਰੀਜ਼ਿੰਗ ਦੇ ਵਿੱਚ ਕੀ ਹੁੰਦਾ ਹੈ, ਡਿਕਰੀਜ਼ਿੰਗ ਦੇ ਵਿੱਚ ਕਲੋਜ਼ ਇੰਟਰਵਲ ਦੇ ਵਿੱਚ ਡਿਕਰੀਜ਼ਿੰਗ ਦਾ ਮਤਲਬ ਹੈ ਡੈਰੀਵੇਟਿਵ ਜਾਂ ਤਾਂ ਨੈਗੇਟਿਵ ਹੋਏਗਾ ਜਾਂ ਇਕੁਅਲ ਟੂ 0 ਹੋਏਗਾ। ਕੌਂਸਟੈਂਟ ਫੰਕਸ਼ਨ ਦੇ ਵਿੱਚ ਡੈਰੀਵੇਟਿਵ ਹਮੇਸ਼ਾ 0 ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਅਸੀਂ ਸਟ੍ਰਿਕਟਲੀ ਦੀ ਗੱਲ ਕਰਦੇ ਹਾਂ। ਸਟ੍ਰਿਕਟਲੀ ਦੇ ਵਿੱਚ ਇਕੁਅਲ ਟੂ ਡੈਰੀਵੇਟਿਵ ਕਦੇ ਵੀ 0 ਨਹੀਂ ਹੁੰਦਾ, ਇਕੁਅਲ ਟੂ ਨਹੀਂ ਆਏਗਾ, ਉਹਦੇ ਵਿੱਚ ਕੱਲਾ ਹੀ ਗ੍ਰੇਟਰ ਦੈਨ। ਇਨਕਰੀਜ਼ਿੰਗ, ਸਟ੍ਰਿਕਟਲੀ ਇਨਕਰੀਜ਼ਿੰਗ ਦਾ ਮਤਲਬ ਡੈਰੀਵੇਟਿਵ ਗ੍ਰੇਟਰ ਦੈਨ 0 ਐਂਡ ਸਟ੍ਰਿਕਟਲੀ ਡਿਕਰੀਜ਼ਿੰਗ ਦਾ ਮਤਲਬ ਡੈਰੀਵੇਟਿਵ ਇਜ਼ ਲੈਸ ਦੈਨ 0।